बहुत स्वागत है तुहाडा सारिਆਂ ਦਾ NRI वर्ड ਦੀ ਇੱਕ ਹੋਰ ਖਾਸ ਪੇਸ਼ਕਸ਼ ਦੇ ਵਿੱਚ। ਕੈਨੇਡਾ ਭਰ ਦੀਆਂ ਸਰਗਰਮੀਆਂ ਦੇ ਨਾਲ ਮੈਂ ਰੁਪਿੰਦਰ ਇੱਕ ਵਾਰੀ ਫੇਰ ਤੋਂ ਹਾਜ਼ਰ ਹਾਂ। ਇਸ ਹਫਤੇ NRI वर्ड ਵਿੱਚ ਗੱਲ ਕਰਾਂਗੇ ਗਣਤੰਤਰ ਦਿਵਸ ਦੀਆਂ ਰੌਣਕਾਂ ਦੀ। ਇਸ ਦੇ ਨਾਲ ਹੋਰ ਵੀ ਬਹੁਤ ਕੁਝ ਰਹੇਗਾ ਖਾਸ। ਸੋ ਆਓ ਸ਼ੁਰੂ ਕਰਦੇ ਹਾਂ NRI वर्ड। हाल ही में फैडरल सरकार वालों कैनकॉट ਨਾਂ ਦਾ एक प्रोग्राम शुरू किया गया है जिस विच ਵੱਖ-ਵੱਖ ਸਕੂਲਾਂ ਵਿੱਚ स्टूडेंट्स ਅਤੇ टीचर्स ਨੂੰ डिजिटल एजुकेशन दी जा रही है। सरी विखे खास तौर पर इस प्रोग्राम तहत $50 मिलियन की फंडिंग दी गई है तो किंडरगार्टन तो लैके ग्रेड 12 तक यह एजुकेशन दी जानी है। पेश है इस संबंधी खास मुलाकात मैंबर पार्लीमेंट रणदीप सराय दे नाल। कैनेडा की फैडरल सरकार वालों ਕੋਡਿੰਗ ਅਤੇ ਡਿਜੀਟਲ ਸਕਿੱਲਸ ਦੇ ਲਈ $50 ਮਿਲੀਅਨ ਦੀ ਫੰਡਿੰਗ ਕੈਨੇਡਾ ਭਰ ਦੇ ਸਕੂਲਸ ਨੂੰ ਦਿੱਤੀ ਹੈ। ਇਸ ਕੋਡਿੰਗ ਕੀ ਹੁੰਦੀ ਹੈ ਅਤੇ ਇਸ ਦੇ ਨਾਲ ਕੀ ਫਾਇਦਾ ਹੋਏਗਾ, ਗੱਲਬਾਤ ਕਰਨੀ ਸਾਡੇ ਨਾਲ ਆਨਰੇਬਲ ਰਣਦੀਪ ਸਿੰਘ ਸਰਾਏ ਹਨ। ਸਰਾਏ ਸਾਹਿਬ, ਕੋਡਿੰਗ ਕੀ ਹੁੰਦੀ ਹੈ ਪਹਿਲਾਂ ਇਹ ਦੱਸੋ। ਕੋਡਿੰਗ ਹੁੰਦੀ ਜਿਹੜੀ ਲੈਂਗੁਏਜ ਦੇ ਨਾਲ ਕੰਪਿਊਟਰ ਪ੍ਰੋਗਰਾਮ ਹੁੰਦੇ ਆ, ਜੋ ਤੁਸੀਂ ਕਿਸੇ ਚੀਜ਼ ਨੂੰ ਕਹਿਣਾ ਹੋਵੇ ਫੋਨ ਕਿੰਨੇ ਰਿੰਗਾਂ ਬਾਅਦ ਉਹ ਵੌਇਸਮੇਲ ਨੂੰ ਜਾਵੇ, ਜਾਂ ਜਦੋਂ ਆਪਾਂ ਕੰਪਿਊਟਰ ਪ੍ਰੋਗਰਾਮ ਕਰਦੇ ਆ ਰਿਮੋਟ ਕੰਟਰੋਲ ਕਾਰ ਆ ਕਿੱਦਾਂ ਮੋਹਰੇ ਜਾਵੇ, ਕਿੱਦਾਂ ਰਾਈਟ ਟਰਨ ਕਰੇ, ਜਾਂ ਜੋ ਵੀ ਆਪਣਾ ਵਿੰਡੋਜ਼ ਵਗੈਰਾ ਪ੍ਰੋਗਰਾਮ ਉਹਦੀ ਜਿਹੜੀ ਲੈਂਗੁਏਜ ਆ ਉਹਨੂੰ ਕੋਡਿੰਗ ਕਹਿੰਦੇ ਆ। ਜਿੰਨਾ ਉਹ ਪ੍ਰੋਗਰਾਮ ਹੁੰਦਾ ਹੋਵੇ ਕਿਵੇਂ ਪ੍ਰੋਗਰਾਮ ਚੱਲਣਾ, ਜਦੋਂ ਆਪਾਂ ਮਾਊਸ ਨੂੰ ਕਲਿੱਕ ਕਰਨਾ ਉਹ ਗਾਹ ਕਿੱਦਾਂ ਹੋਣਾ, ਤਾਂ ਉਹਦੇ ਕਈ ਭਾਂਤੇ ਹੁਣ ਕਾਫੀ ਸੋਫਿਸਟੀਕੇਟਡ ਹੋ ਗਈ, ਉਹਦੀ ਕਈ ਭਾਸ਼ਾ ਹੋ ਗਈਆਂ, ਉਹਨਾਂ ਦੀਆਂ ਆਪ ਦੀਆਂ ਲੈਂਗੁਏਜਸ ਹੈਗੀਆਂ। ਔਰ ਜਿਹੜਾ ਅੱਜ ਆਪਾਂ ਇੱਥੇ ਦੇਖ ਰਹੇ ਇਹ ਰੋਬੋਟਿਕ ਕੋਡਿੰਗ ਹੈਗੀ ਆ, ਜਿੰਨਾ ਰੋਬੋਟ 'ਚ ਮੂਵਮੈਂਟ ਵਾਲੀ ਚੀਜ਼ ਆ, ਇਹ ਕੋਡ ਕਿਵੇਂ ਕਰਦੇ ਆ, ਕਿਵੇਂ ਪੜ੍ਹਦੇ ਆ, ਸਕੈਨ ਕਰਦੇ ਆ ਅਤੇ ਕਿਵੇਂ ਗਾਹ ਮੂਵ ਹੁੰਦੇ ਆ। Yeah, this is an amazing program that our government is doing for the next 2 years. As we talked about during the announcement today, technology is everywhere, and so this is a great way to give our kids who live in Surrey a chance to learn about coding, about technology. It really is a way of building their careers for the future. So I've been going around and seeing, I hope you got some shots about what the kids here are doing. It's amazing the comfort that they have with technology, and that's going to make for a great Canada. ਫੈਡਰਲ ਗਵਰਨਮੈਂਟ ਨੋਰਮਲੀ ਸਕੂਲ ਬੋਰਡ ਦਾ ਜਿਹੜਾ ਪ੍ਰੋਗੇਟਿਵ ਅਤੇ ਫੰਡਿੰਗ ਪ੍ਰੋਵਿੰਸ ਤੋਂ ਆਉਂਦੀ ਅਤੇ ਸਿਟੀਆਂ ਤੋਂ ਆਉਂਦੀ ਹੁੰਦੀ ਹੈ। ਅਸੀਂ ਜਿਹੜਾ ਕੀ ਕੀਤਾ ਕਿ ਅਸੀਂ ਇਹਨਾਂ ਨੂੰ ਟੀਚਰਾਂ ਨੂੰ ਟੂਲਸ ਦੇਣ ਵਾਸਤੇ ਅਸੀਂ ਇਹ ਫੰਡਿੰਗ ਕੀਤੀ ਹੈ। ਸੋ ਇਹ $50 ਮਿਲੀਅਨ ਦੀ ਫੰਡਿੰਗ ਹੈ, ਜਿਹਦੇ ਵਿੱਚ BC ਭਰ ਦੇ ਵਿੱਚ 1,30,000 ਸਟੂਡੈਂਟ ਨੂੰ ਫਾਇਦਾ ਹੋਊਗਾ ਅਤੇ 10,000 ਟੀਚਰਾਂ ਨੂੰ ਡਾਇਰੈਕਟ ਟ੍ਰੇਨਿੰਗ ਮਿਲੂਗੀ ਪ੍ਰਾਈਵੇਟ ਕੰਪਨੀਆਂ ਤੋਂ, ਜਿਹੜੀਆਂ ਉਹਨਾਂ ਨੂੰ ਸਿਖਾਉਗੀਆਂ ਕਿਵੇਂ ਕੋਡਿੰਗ ਕਰਨਾ, ਅੱਜ ਕੱਲ੍ਹ ਦੀ ਲੈਂਗੁਏਜ ਕੀ ਹੈ, ਅਤੇ ਉਹ ਕੋਡਿੰਗ ਬੱਚਿਆਂ ਨੂੰ ਕਿੱਦਾਂ ਸਿਖਾ ਲੈਣੀ ਹੈ। ਉਹ ਇੱਕ ਡਿਫਰੈਂਟ ਟੂਲ ਹੈ ਸਿੱਖਣੀ, ਇੱਕ ਗੱਲ ਹੁੰਦੀ ਆ ਉਹ ਟੂਲ ਨੂੰ ਲੈ ਕੇ ਬੱਚਿਆਂ ਨੂੰ ਕਿੱਦਾਂ ਸਿਖਾ ਲੈਣਾ ਤਾਂ ਉਹਨਾਂ ਨੂੰ ਇੰਸਪਾਇਰ ਕਰਨਾ ਉਹ ਜੁਦੀ ਆ। ਔਰ ਉਹ ਅਸੀਂ ਇਨੀਸ਼ੀਏਟਿਵ ਕੀਤਾ ਜਿਹਦੇ ਨਾਲ ਖਾਸ ਕਰਕੇ BC ਦੇ ਵਿੱਚ ਤਕਰੀਬਨ 1.5 ਲੱਖ ਬੱਚਿਆਂ ਨੂੰ ਇਹਦਾ ਫਾਇਦਾ ਹੋਊਗਾ, 10,000 ਟੀਚਰਾਂ ਨੂੰ ਇਹਦੀ ਟ੍ਰੇਨਿੰਗ ਮਿਲੂਗੀ। ਕੋਡਿੰਗ ਇਹ ਬਿਲਡਿੰਗ ਕੋਡ ਵੀ ਆ ਜਾਂਦੇ ਇਹਦੇ ਵਿੱਚ ਕਿ ਨਹੀਂ? ਉਹ ਇੱਕ ਡਿਫਰੈਂਟ ਉਹ ਡਿਫਰੈਂਟ ਆ। ਇਹ ਤਾਂ ਸਿਰਫ ਇੱਕ ਸੌਫਟਵੇਅਰ ਦੀ ਲੈਂਗੁਏਜ ਆ, ਉਹ ਟੀਚ ਕੀਤੀ ਜਾਊਗੀ ਜਿੰਨਾ ਬੋਰਿੰਗ ਨਾ ਹੋਵੇ, ਬੱਚਿਆਂ ਨੂੰ ਐਕਸਾਈਟਿੰਗ ਤਰੀਕੇ ਨਾਲ ਹੋਊਗੀ। ਜਿਵੇਂ ਅੱਜ ਆਪਾਂ ਦੇਖ ਰਹੇ ਹਾਂ ਕੋਈ ਬੱਚਾ ਬਣਾ ਰਿਹਾ ਰੋਬੋਟ ਜਿਹੜਾ ਕਿ ਟਰੈਕ 'ਤੇ ਜਾਂਦਾ, ਉਹ ਰੰਗ ਨੂੰ ਆਈਡੈਂਟੀਫਾਈ ਕਰਦਾ, ਜਦੋਂ ਕਾਲੀ ਲਕੀਰ 'ਤੇ ਜਾਈ ਜਾਂਦਾ, ਜਦੋਂ ਉਹਨੂੰ ਲਾਲ ਆ ਗਿਆ ਮੋਰੇ ਹੁਣ ਸਟਾਪ ਹੋ ਜਾਣਾ, ਇਵੇਂ ਚੀਜ਼ ਦਾ ਕੋਡਿੰਗ ਹੁੰਦਾ। ਕੋਈ ਕੋਡਿੰਗ ਕਰ ਰਿਹਾ ਕਿ ਹੁਣ ਗ੍ਰੀਨ ਕਾਰ ਨੇ ਲਾਲ ਕਾਰ ਨੂੰ ਚੇਸ ਕਰਨਾ, ਜਦੋਂ ਉਹਦੇ ਲੈਂਸ ਦੇ ਮੁਰੇ ਆਉਂਦਾ ਉਹ ਕਿਵੇਂ ਉਹਨੂੰ ਟ੍ਰੇਨ ਕਰਨਾ, ਉਹਨੂੰ ਉਹ ਰੀਡ ਕਰੇ, ਉਹ ਚੀਜ਼ਾਂ ਇਹ ਸਿਖਾ ਰਿਹਾ ਆ। It's a national program that we're supporting schools and teachers, and usually the federal government doesn't get involved in like elementary school education and high school. That's a provincial jurisdiction, but this way we're working with the provinces and territories to bring in a much needed skill for our future generations, for our children. I really like the MBOTs and how you can tinker on them and build with them. If you mess up, you can go back and find out what you did wrong and fix it. ਪ੍ਰੋਵਿੰਸ਼ੀਅਲ ਗੌਰਮੈਂਟ ਨੇ 2 ਸਾਲ ਪਹਿਲਾਂ ਕੀਤਾ ਸੀਗਾ ਕਿ ਸਾਰੇ ਸਕੂਲਾਂ ਨੂੰ ਕੋਡਿੰਗ ਕਰਨਾ। ਅਸੀਂ ਉਹਨਾਂ ਨੂੰ ਟੂਲ ਦੇਣ ਵਾਸਤੇ ਔਰ ਸਾਰੀ ਕੰਟਰੀ ਨੂੰ ਟੂਲ ਦੇਣ ਵਾਸਤੇ ਇਹ ਕਰ ਰਹੇ ਹਾਂ, ਤਾਂ ਕਿ ਜਿਹੜੇ ਟੀਚਰ ਆ ਉਹਨਾਂ ਕੋਲ ਸਕਿੱਲਸ ਅਤੇ ਪ੍ਰੋਪਰ ਟੂਲਸ ਹੋਣ ਜਿਨ੍ਹਾਂ ਦੇ ਨਾਲ ਉਹ ਬੱਚਿਆਂ ਨੂੰ ਟ੍ਰੇਨ ਕਰ ਸਕੋ, KG ਤੋਂ ਲੈ ਕੇ 1 2 3 ਆਲ ਦ ਵੇ ਅਪ ਟੂ 12ਵੀਂ ਤੱਕ। ਇਸ ਨਾਲ ਮੈਂਬਰ ਪਾਰਲੀਮੈਂਟ ਆਨਰੇਬਲ ਰਣਦੀਪ ਸਿੰਘ ਸਰਾਏ ਜਿਨ੍ਹਾਂ ਨੇ ਦੱਸਿਆ ਕਿ ਕਿੰਡਰਗਾਰਟਨ ਤੋਂ ਲੈ ਕੇ ਗ੍ਰੇਡ 12 ਤੱਕ ਇਹ ਬੱਚਿਆਂ ਨੂੰ ਕੈਨ ਕੋਡ ਪ੍ਰੋਗਰਾਮ ਹੈ ਜੋ ਜਾਰੀ ਰਹੇਗਾ ਅਤੇ 1-2 ਸਾਲ ਦੇ ਲਈ ਇਹ ਲੰਬਾ ਪ੍ਰੋਗਰਾਮ ਹੈਗਾ। ਤੁਸੀਂ ਦੇਖ ਵੀ ਸਕਦੇ ਹੋ ਅੱਜ ਬੱਚਿਆਂ ਨੇ ਛੋਟੀ ਇਨੋਵੇਸ਼ਨਸ ਆਪਣੀਆਂ ਸਕਿੱਲਸ ਜੋ ਉਹਨਾਂ ਨੇ ਅੱਜ ਇੱਥੇ ਦਿਖਾਈਆਂ ਵੀ, ਤਾਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਬਹੁਤ ਵਧੀਆ ਹੋਏਗਾ, ਜਿਸ ਦੇ ਨਾਲ ਬੱਚੇ ਆਪਣੇ ਜੋ ਪ੍ਰੋਫੈਸ਼ਨ ਉਹਨਾਂ ਨੇ ਚੂਜ਼ ਕਰਨਾ ਉਹਦੇ ਵਿੱਚ ਇਹ ਹੈਲਪ ਕਰੇਗਾ। ਕੈਮਰਾਮੈਨ ਫਾਹਦ ਨਾਲ ਅਮਰਜੀਤ ਸਿੰਘ, PTC ਨਿਊਜ਼, ਕਲੋਵਰਡੇਲ, ਕੈਨੇਡਾ। ਭਾਰਤ ਦਾ ਗਣਤੰਤਰ ਦਿਵਸ ਭਾਰਤ ਤੋਂ ਬਾਹਰ ਵੱਖ-ਵੱਖ ਮੁਲਕਾਂ ਵਿੱਚ ਮਨਾਇਆ ਗਿਆ। ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਵੀ ਕੌਂਸੂਲੇਟ ਆਫਿਸ ਵੱਲੋਂ ਆਪਣੇ ਆਫਿਸ ਵਿੱਚ ਖਾਸ ਸਮਾਗਮ ਉਲੀਕੇ ਗਏ।
ਤੇ ਲੋਕਾਂ ਨੇ ਇਕੱਠੇ ਹੋ ਕੇ ਗਣਤੰਤਰ ਦਿਵਸ ਦੀਆਂ ਰੌਣਕਾਂ ਵੇਖੀਆਂ। ਆਓ ਤੁਹਾਨੂੰ ਵੀ ਲੈ ਕੇ ਚੱਲਦੇ ਹਾਂ ਗਣਤੰਤਰ ਦਿਵਸ ਦੀਆਂ ਇਹਨਾਂ ਰੌਣਕਾਂ ਤੇ। ਟੋਰਾਂਟੋ ਵਿੱਚ ਭਾਰਤ ਦਾ ਗਣਤੰਤਰ ਦਿਵਸ ਮਨਾਉਣ ਲਈ ਕੌਂਸਲੇਟ ਜਨਰਲ ਆਫ ਇੰਡੀਆ ਵੱਲੋਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ ਤੇ ਕੌਂਸਲੇਟ ਆਫਿਸ ਵਿੱਚ ਸਮਾਗਮ ਉਲੀਕਿਆ ਗਿਆ। ਸਮਾਗਮ ਦੀ ਸ਼ੁਰੂਆਤ ਹੋਈ ਕੌਂਸਲੇਟ ਜਨਰਲ ਆਫ ਇੰਡੀਆ ਦਿਨੇਸ਼ ਭਾਟੀਆ ਵੱਲੋਂ ਤਿਰੰਗਾ ਲਹਿਰਾਉਣ ਨਾਲ। इस समागम विच कौंसलर जनरल दिनेश भाटिया ने सारिਆਂ ਨੂੰ इस दिहाड़े ਦੀ मुबारकबाद ਦਿੱਤੀ ਤੇ ਭਾਰਤ ਦੀਆਂ ਉਪਲਬਧੀਆਂ ਦਾ ਜ਼ਿਕਰ ਕੀਤਾ। This is a day for all of us to celebrate our nation and our sovereignty. This is a day to remember with gratitude the enormous efforts and sacrifices of millions of freedom fighters whose blood and sweat gave us independence and created our republic. ਮੈਨੂੰ ਲੱਗਦਾ ਕ੍ਰੈਡਿਟ ਤਾਂ ਪੂਰੀ ਹਿੰਦੁਸਤਾਨੀ ਕਮਿਊਨਿਟੀ ਨੂੰ ਇੱਥੇ ਜਾਣਾ ਚਾਹੀਏ। ਇੰਡੀਅਨ ਕਮਿਊਨਿਟੀ ਔਰ ਇੰਡੋ ਕੈਨੇਡੀਅਨ ਜਿਹੜੇ ਨੇ ਬੜੀ ਸਟਰੋਂਗ ਕਮਿਊਨਿਟੀ ਹੈ ਸਾਡੀ ਔਰ ਬੜੇ ਮਿਲ ਕੇ ਅਸੀਂ ਕੰਮ ਕਰਨਾ ਹੈ। ਜਿਵੇਂ ਤੁਹਾਨੂੰ ਆਪਣੀ ਸਪੀਚ ਐਗਜ਼ਾਮਪਲ ਦਿੱਤਾ ਕਿ ਅਸੀਂ 60,000 ਬੰਦਾ ਪਾਰਟਿਸਿਪੇਟ ਕੀਤਾ ਸੀ, ਸ਼ਿਰਕਤ ਕੀਤਾ ਸੀ ਇੰਡੀਆ ਡੇ ਪਰੇਡ ਵਿੱਚ ਲਾਸਟ ਈਅਰ 20 ਅਗਸਤ ਨੂੰ ਔਰ ਇਸ ਸਾਲ ਉਹ ਸੇਮ ਪਰੇਡ 19 ਅਗਸਤ ਨੂੰ ਹੋਣ ਵਾਲੀ ਹੈ ਤੇ ਇੰਨਾ ਵੱਡਾ ਜਿਹੜਾ ਕਰਾਊਡ ਇਕੱਠਾ ਹੁੰਦਾ ਉਹ ਇੱਕੋ ਹੀ ਭਾਵਨਾ ਨਾਲ ਇਕੱਠਾ ਹੁੰਦਾ ਦੈਟ ਇਜ਼ ਹਿੰਦੁਸਤਾਨੀ। वर्किंग डे होने के बावजूद इंडो कैनेडियंस वड्डी तादाद विच भारत दा गणतंत्र दिवस मनाउण लई इकट्ठर होए। इस दे दिन दे उत्ते यह बड़ा खुशी का दिन हैगा वा एंड सारे इंडो कैनेडियंस जिहड़े बाहर वसदे ने वो अनऑफिशियल एम्बेसडर्स ने एंड ईच ऑफ दैम कैन कंट्रीब्यूट to strengthen economic, social and cultural ties between the two great nations Canada and India and we should continue to work together। जिस तरह तुहानू पता कि असी ग्लोबलाइज्ड इकोनॉमी च रहने आ, ग्लोबलाइज्ड इकोनॉमी दे विच ट्रेड, टैलेंट, इन्वेस्टमेंट्स can flow freely across international borders and we should all continue to work hard and strengthen relationship between the two great nations Canada and India. We have much in common. We are both democratic countries and we are both multicultural countries. We are members of Commonwealth and so let's continue to work hard and strengthen the relationship। ਤੇ ਇਸ ਖੁਸ਼ੀ ਦੇ ਮੌਕੇ ਤੇ ਇੱਕ ਵਾਰ ਮੈਂ ਫੇਰ ਬਹੁਤ-ਬਹੁਤ ਵਧਾਈ ਦਿੰਦੀ ਹਾਂ। ਅੱਜ ਬਹੁਤ ਹੀ ਮਾਣ ਤੇ ਖੁਸ਼ੀ ਵਾਲਾ ਦਿਨ ਹੈ। ਇੱਕ ਐਸਾ ਇਤਿਹਾਸਿਕ ਦਿਨ ਹੈ 26 ਜਨਵਰੀ ਦਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਕੌਂਸਲੇਟ ਆਫਿਸ ਦੇ ਵਿੱਚ ਖੁਸ਼ੀਆਂ ਨਾਲ ਔਰ ਹਿੰਦੁਸਤਾਨ ਦੇ ਅਲੱਗ-ਅਲੱਗ ਪ੍ਰਾਂਤਾਂ ਤੋਂ ਸਾਰੇ ਲੋਕ ਇੱਥੇ ਆਪਣੇ ਆਪਣੇ ਪਹਿਰਾਵਿਆਂ ਦੇ ਵਿੱਚ ਪਹੁੰਚ ਕੇ ਬੜੀ ਖੁਸ਼ੀ ਨਾਲ, ਬੜੇ ਚਾਅ ਨਾਲ, ਬੜੇ ਉਤਸ਼ਾਹ ਦੇ ਨਾਲ 26 ਜਨਵਰੀ ਮਨਾ ਰਹੇ ਨੇ। ਔਰ ਜੋ ਵੀ ਅੱਜ ਦਾ ਦਿਨ ਹੈ 26 ਜਨਵਰੀ ਦਾ ਇਹ ਆਪਣੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਨ ਵਾਸਤੇ, ਜੋ ਵੀ ਸਾਡੇ ਸ਼ਹੀਦ ਹੋਏ ਨੇ ਉਹਨਾਂ ਨੂੰ ਯਾਦ ਕਰਨ ਵਾਸਤੇ ਅੱਜ ਅਸੀਂ ਇਹ ਦਿਨ ਮਨਾਉਂਦੇ ਹਾਂ ਔਰ ਨਵੀਂ ਸਾਡੀ ਜੋ ਆਉਣ ਵਾਲੀ ਜਨਰੇਸ਼ਨ ਹੈ ਉਹ ਵੀ ਇਸ ਦਿਨ ਤੇ ਇਕੱਠੇ ਹੋ ਕੇ ਨਵੀਂ ਪ੍ਰੇਰਨਾ ਲੈ ਕੇ ਅੱਗੇ ਵਧ ਸਕੇ। ਭਾਰਤ ਦੀ ਗਣਤੰਤਰ ਦਿਵਸ ਤੇ ਲੱਖ ਲੱਖ ਵਧਾਈਆਂ ਸਮੁੱਚੇ ਪੰਜਾਬੀ ਭਾਈਚਾਰੇ ਨੂੰ, ਭਾਰਤੀ ਭਾਈਚਾਰੇ ਨੂੰ। ਅੱਜ ਕੌਂਸਲੇਟ ਆਫਿਸ ਦੇ ਵਿੱਚ ਕਾਫੀ ਰੌਣਕਾਂ ਲੱਗੀਆਂ ਹੋਈਆਂ ਨੇ। 26 ਜਨਵਰੀ ਦਾ ਦਿਨ ਮਨਾਇਆ ਜਾ ਰਿਹਾ ਹੈ और बहुत सारे लोग इन्नी ठंड होने के बावजूद भी इतने वड्डी गिनती पुजे ने, इसलिए भारतीय भाईचारा बधाई का पात्र है। बहुत अच्छा लगता है क्योंकि जिहड़ा भारत एक ऐसा देश है जिहदे विच हिंदू, सिख, मुस्लिम, ईसाई सब धर्मां दे अलग अलग जिहड़ियां लैंग्वेजेस बोलण वाले पंजाबी, हिंदी, तमिल वो सारे मिल के जदों देश का इंडिपेंडेंस डे मनाउंदे है सो इट्स ग्रेट फीलिंग, मतलब बहुत वधिया लगता है। इस मौके गुरु तेग बहादुर स्कूल के बच्चों वालों देश भक्ति का गीत भी पेश किया गया। बीते दिनी खास तौर पर ब्रैम्पटन विखे इंटरनेशनल स्टूडेंट्स दियां कई खबरां सुर्खियां बनियां। इंटरनेशनल स्टूडेंट्स दे की राइट्स ने, की लॉस ने, इस संबंधी उन्हां नूं अवेयर करन लई शेरिडन कॉलेज विखे वर्ल्ड सिख ऑर्गेनाइजेशन वालों एक खास सैमीनार रखा गया
ਜਿਸ ਵਿੱਚ ਉਹਨਾਂ ਨੂੰ ਅਵੇਅਰ ਤਾਂ ਕੀਤਾ ਹੀ ਗਿਆ, ਨਾਲ ਹੀ ਉਹਨਾਂ ਦੇ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਕੈਨੇਡਾ ਦੇ ਵਿੱਚ ਨਵੇਂ ਆ ਰਹੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਬ੍ਰੈਂਪਟਨ ਦੇ ਸ਼ੈਰੀਡਨ ਕਾਲਜ ਦੇ ਵਿੱਚ ਇੱਕ ਸੈਮੀਨਾਰ ਰੱਖਿਆ ਗਿਆ, ਜਿਸ ਵਿੱਚ ਵੱਖ-ਵੱਖ ਮੁੱਦਿਆਂ ਉੱਤੇ ਵਿਦਿਆਰਥੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ। ਇਹ ਸਮਾਗਮ ਸਿੱਖ ਅਵੇਅਰਨੈਸ ਫਾਊਂਡੇਸ਼ਨ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਵੱਲੋਂ ਮਿਲ ਕੇ ਆਯੋਜਿਤ ਕੀਤਾ ਗਿਆ ਸੀ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਪੰਜਾਬ ਤੋਂ ਇੱਥੇ ਕੈਨੇਡਾ ਪਹੁੰਚ ਰਹੇ ਨੇ ਤੇ ਉਹਨਾਂ ਦੀ ਸਹੀ ਗਾਈਡੈਂਸ ਜਿਹੜੀ ਹੈਗੀ ਆ ਕਿ ਤੁਹਾਡੇ ਕੀ ਹੱਕ ਹੈਗੇ ਨੇ, ਤੁਹਾਡੀਆਂ ਕੀ ਜ਼ਿੰਮੇਵਾਰੀਆਂ ਹੈਗੀਆਂ ਨੇ, ਉਹ ਬੜਾ ਜ਼ਰੂਰੀ ਆ ਕਿ ਅਸੀਂ ਉਹਨਾਂ ਨੂੰ ਦੱਸ ਸਕੀਏ। ਸੋ ਇਹ ਅੱਜ ਦਾ ਜਿਹੜਾ ਸੈਮੀਨਾਰ ਸੀਗਾ, ਇਹ ਸਾਡੀ ਇੱਕ ਸ਼ੁਰੂਆਤ ਹੈਗੀ ਆ ਕਿ ਜਿਹੜੇ ਸਟੂਡੈਂਟ ਹੈਗੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਵੀ ਇੱਥੇ ਆ ਕੇ ਜੇ ਉਹਨਾਂ ਨੂੰ ਕੋਈ ਧੱਕਾ ਕਰਦਾ ਆ ਤਾਂ ਉਹ ਕਿੱਥੇ ਜਾ ਸਕਦੇ ਨੇ ਹੈਲਪ ਵਾਸਤੇ। ਸੋ ਇੱਥੇ ਅਸੀਂ ਗੁਰਦੁਆਰਾ ਸਾਹਿਬ ਤੋਂ ਪ੍ਰਬੰਧਕ ਜਿਹੜੇ ਨੇ ਉਹ ਵੀ ਸੱਦੇ ਸੀਗੇ, ਇਮੀਗ੍ਰੇਸ਼ਨ ਕੰਸਲਟੈਂਟ ਵੀ ਸੱਦੇ ਸੀਗੇ, ਸੋਸ਼ਲ ਵਰਕਰ ਵੀ ਸੱਦੇ ਸੀਗੇ ਕਿ ਕੋਈ ਵੀ ਕੋਈ ਸਵਾਲ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਕਿ ਸਾਡੀ ਪੂਰੀ ਟੀਮ ਹੈਗੀ ਆ। ਜੋ ਨਵੇਂ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਏ ਨੇ ਕੈਨੇਡਾ ਵਿੱਚ, ਟੋਰਾਂਟੋ ਵਿੱਚ, ਉਹਨਾਂ ਵਾਸਤੇ ਬੜੀ ਵਧੀਆ ਇਵੈਂਟ ਸੀਗੀ। ਇੱਥੇ WS ਸੰਸਥਾ ਆਈ ਹੋਈ ਆ ਅਤੇ ਆਪਣੀ ਸਿੱਖੀ ਅਵੇਅਰਨੈਸ ਫਾਊਂਡੇਸ਼ਨ ਸੰਸਥਾ ਜੋ ਆਪਣੀ ਸਰੀ ਦੀ ਸੰਸਥਾ, ਉਹਦੇ ਬਾਰੇ ਆਪਾਂ ਇਹਨਾਂ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਇਹਨਾਂ ਨੂੰ ਦੱਸਿਆ ਵੀ ਇੱਥੇ ਵੀ ਆਪਾਂ ਤੁਸੀਂ ਕੋਈ ਪ੍ਰੋਬਲਮ ਹੁੰਦੀ ਆ, ਅਸੀਂ ਹੈਗੇ ਆ, ਕਿਸੇ ਨੇ ਵਲੰਟੀਅਰ ਕੰਮ ਕਰਨਾ, ਸੇਵਾ ਕਰਨੀ, ਨਾਲ ਮਿਲ ਕੇ ਇੱਕ ਚੰਗਾ ਇੱਕ ਦਾਇਰਾ ਬਣ ਜਾਂਦਾ ਵਾ, ਇੱਕ ਬਾੜ ਲੱਗ ਜਾਂਦੀ ਹੈ ਜੋ ਮਾੜੀ ਸੰਗਤ ਤੋਂ ਇਹ ਬੱਚੇ ਬਚ ਸਕਦੇ ਨੇ। ਬੱਚਿਆਂ ਦੀਆਂ ਜੋ ਦੁੱਖ ਤਕਲੀਫਾਂ, ਉਹਨਾਂ ਦੇ ਵਿਚਾਰ ਸੁਣੇ ਜਾਂ ਉਹਨਾਂ ਨਾਲ ਗੱਲਾਂ ਸਾਂਝੀਆਂ ਕੀਤੀਆਂ, ਬਹੁਤ ਹੀ ਭਰੇ ਮਨ ਦੇ ਨਾਲ ਮੈਂ ਕਹਿ ਸਕਦਾ ਕਿ ਦੇਖੋ ਇਹ ਬੱਚੇ ਆਪਣੇ ਪੰਜਾਬ ਦੀ ਧਰਤੀ ਤੋਂ ਜਾਂ ਹਿੰਦੁਸਤਾਨ ਦੇ ਕੋਨੇ-ਕੋਨੇ ਧਰਤੀ ਤੋਂ ਆਏ ਆ, ਇਹਨਾਂ ਦੀ ਮਦਦ ਕਰਨੀ, ਇਹਨਾਂ ਨੂੰ ਆਪਾਂ ਗੱਲ ਨਾਲ ਲਾਉਣਾ ਆਪਣਾ ਫਰਜ਼ ਬਣਦਾ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਕੁਐਸਚਨ ਆਨਸਰ ਰਾਊਂਡ ਵੀ ਰੱਖਿਆ ਗਿਆ। ਇਵੈਂਟ ਤੋਂ ਬਾਅਦ ਬੱਚਿਆਂ ਵੱਲੋਂ ਲੰਗਰ ਦੀ ਸੇਵਾ ਵੀ ਕੀਤੀ ਗਈ। ਬੀਇੰਗ ਅ ਸਟੂਡੈਂਟ ਅੱਜ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ, ਜਿੱਦਾਂ ਕਿ ਇੱਥੋਂ ਸਟੂਡੈਂਟ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਇਮੀਗ੍ਰੇਸ਼ਨਸ ਇਸ਼ੂ ਸੀ, ਉਹ ਰਿਜ਼ੋਲਵ ਹੋਏ। ਕਈਆਂ ਦੇ ਸਟੱਡੀ ਨੂੰ ਲੈ ਕੇ ਇਸ਼ੂਸ ਸੀ, ਉਹ ਰਿਜ਼ੋਲਵ ਹੋਏ। ਪਿਛਲੇ ਕੁਝ ਮਹੀਨਿਆਂ ਤੋਂ ਜਿਹਾ ਕਿ ਤੁਹਾਨੂੰ ਪਤਾ ਹੈ ਸਟੂਡੈਂਟਸ ਬਾਰੇ ਕਾਫੀ ਹੱਦ ਤੱਕ ਗਲਤ ਅਤੇ ਕਾਫੀ ਹੱਦ ਤੱਕ ਚਲੋ ਕੁਝ ਗਲਤੀਆਂ ਹੁੰਦੀਆਂ ਨੇ ਹੈ ਨਾ, ਪਰ ਜ਼ਿਆਦਾਤਰ ਪ੍ਰਚਾਰਿਆ ਜਾ ਰਿਹਾ ਸੀ ਅਤੇ ਇਸ ਕਰਕੇ ਆਪਾਂ ਸੈਮੀਨਾਰ ਦੇ ਉਪਰਾਲੇ ਕੀਤੇ ਸੀਗੇ। ਹਰ ਮਹੀਨੇ 2 ਮਹੀਨਿਆਂ ਬਾਅਦ ਸੈਮੀਨਾਰ ਹੁੰਦੇ ਰਹਿੰਦੇ ਸੀ, ਪਰ ਇਸ ਵਾਰ ਕਾਫੀ ਸਾਨੂੰ ਵਧੀਆ ਹੁੰਗਾਰਾ ਮਿਲਿਆ। ਇਸ ਸਮਾਗਮ ਦਾ ਮਕਸਦ ਸੀ ਸਟੂਡੈਂਟਸ ਨੂੰ ਸਹੀ ਰਾਹ ਪਾਉਣਾ ਅਤੇ ਉਹਨਾਂ ਨੂੰ ਹਰ ਉਹ ਜਾਣਕਾਰੀ ਦੇਣੀ ਜਿਸ ਬਾਰੇ ਉਹਨਾਂ ਨੂੰ ਪਤਾ ਹੋਣਾ ਜ਼ਰੂਰੀ ਹੈ। ਕੈਨੇਡਾ ਦੇ ਵਿੱਚ ਜੇ ਕਿਸੇ ਵੀ ਵਿਦਿਆਰਥੀ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ ਤੇ ਉਹ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਨੂੰ ਕੰਟੈਕਟ ਕਰ ਸਕਦਾ ਹੈ। NRI ਵਰਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਾਡਾ ਇਹ ਸਫ਼ਰ ਜਾਰੀ ਰਹੇਗਾ, ਤੁਸੀਂ ਬਣੇ ਰਹੋ ਸਾਡੇ ਨਾਲ। ਕੈਨੇਡਾ ਵਿੱਚ ਹਰ ਰੋਜ਼ ਵੱਡੀ ਤਾਦਾਦ ਵਿੱਚ ਇਮੀਗ੍ਰੈਂਟਸ ਲੈਂਡ ਕਰਦੇ ਨੇ। ਇਮੀਗ੍ਰੈਂਟਸ ਜਦੋਂ ਇੱਥੇ ਪਹੁੰਚਦੇ ਨੇ ਤੇ ਆਪਣੇ ਇਸ ਨਵੇਂ ਜੀਵਨ ਦੀ ਸ਼ੁਰੂਆਤ ਵਿੱਚ ਉਹਨਾਂ ਨੂੰ ਕਈ ਔਂਕੜਾਂ ਵੀ ਆਉਂਦੀਆਂ ਨੇ, ਪਰ ਹੁਣ ਇਸੇ ਨੂੰ ਸਰਲ ਬਣਾਇਆ ਹੈ ਸਰਕਾਰ ਨੇ। ਸਰਕਾਰ ਵੱਲੋਂ ਅਜਿਹੀਆਂ ਕਈ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ ਜਿੱਥੇ ਨਿਊ ਇਮੀਗ੍ਰੈਂਟਸ ਨੂੰ ਐਜੂਕੇਟ ਕੀਤਾ ਜਾਂਦਾ ਹੈ। ਅਜਿਹਾ ਹੀ ਇੱਕ ਸੈਮੀਨਾਰ ਬੀਤੇ ਦਿਨੀ ਇਟੋਬੀਕੋਕ ਵਿਖੇ ਆਯੋਜਿਤ ਕੀਤਾ ਗਿਆ, ਜਿੱਥੇ ਖਾਸ ਤੌਰ ਤੇ ਨਿਊ ਇਮੀਗ੍ਰੈਂਟਸ ਤੇ ਨਾਲ ਹੀ ਵਿਮਨਸ ਨੂੰ ਐਜੂਕੇਟ ਕੀਤਾ ਗਿਆ। ਕੈਨੇਡਾ ਦੇ ਵਿੱਚ ਆ ਰਹੇ ਨਿਊ ਇਮੀਗ੍ਰੈਂਟਸ ਲਈ ਖਾਸ ਤੌਰ ਤੇ ਟੋਰਾਂਟੋ ਦੇ ਵਿੱਚ ਇੱਕ ਇਵੈਂਟ ਰੱਖਿਆ ਗਿਆ। ਇਸ ਮੌਕੇ ਨਿਊਕਮਰ ਵੂਮਨ ਨੂੰ ਵੀ ਅੱਗੇ ਆਉਣ ਲਈ ਕਾਫੀ ਇਨਕਰੇਜ ਕੀਤਾ ਗਿਆ। ਇਸ ਇਵੈਂਟ ਦੀ ਥੀਮ ਸੀ engage, educate, empower. We had the initiative and the pleasure of hosting a free workshop for newcomers here in Canada with a large panel of variety speakers to guide and provide our newcomers with information, tips and guidelines on settling into a new lifestyle here in Canada. The new immigrant, right, coming into Canada, they have had the opportunity to come and engage, educate and empower, and this was the purpose behind our workshop. It was partly funded by the Government of Ontario, and our organization, Dancing Damsels, is a Toronto-based non-profit organization that aims to preserve our multicultural traditions, heritage and arts. ਇਸ ਇਵੈਂਟ ਦੇ ਵਿੱਚ 4 ਵੱਖ-ਵੱਖ ਸੈਸ਼ਨਸ ਰੱਖੇ ਗਏ ਸਨ, ਜਿਸ ਵਿੱਚ ਲੀਗਲ ਏਡ, ਯੋਰ ਰਾਈਟਸ ਐਂਡ ਰਿਸਪੌਂਸਿਬਿਲਿਟੀਜ਼, ਸਾਈਬਰ ਸਿਕਿਉਰਿਟੀ, ਬੀ ਸੇਫ ਐਂਡ ਬੀ ਅਪ ਟੂ ਡੇਟ, ਹੈਲਥ ਲਿਵਿੰਗ ਐਂਡ ਸੈਟਲਮੈਂਟ ਅਤੇ ਕਰੀਅਰ ਗਾਈਡੈਂਸ ਬਾਈ ਐਕਸਪਰਟਸ ਵੀ ਸ਼ਾਮਿਲ ਸੀ।
We have a room full of newcomers who are very engaged with our speakers. We had a session on career counseling. We had a session on legal aid. We had also a session on settlement in Toronto. And right now what's going on is about cybersecurity, being safe and secure online, cyber, identity theft and lots of issues going on right now. यहाँ सारे टॉपिक्स जो आज प्रेजेंट किया है तो बहुत लोगों के लिए फ़ायदा हुआ है एंड दे आर वेरी हेल्पफुल एंड उनको तो बहुत अपने जब आप नई बार यहाँ कनाडा में आ जाते हो तो उनका क्या क्या है क्या करनी है उनको कंफ्यूज हो जाएंगे कि क्या हम कर रहे हैं या क्या नहीं कर रहे तो उसके लिए यहाँ सारे प्रेजेंटर्स आए थे तो बहुत से लोग साइबर सिक्योरिटी के बारे में बात की लीगल राइट्स के बारे में इस मौके सक्सेसफुल कैनेडियन इमिग्रेंट्स ਦੇ ਨਾਲ ਗੱਲਬਾਤ ਦਾ ਸੈਸ਼ਨ ਵੀ ਰੱਖਿਆ ਗਿਆ ਸੀ। ਇਸ ਫ੍ਰੀ ਇਵੈਂਟ ਦੇ ਵਿੱਚ ਸੀਨੀਅਰਸ, ਯੂਥ, ਔਮਨ ਅਤੇ ਨਿਊਕਮਰਸ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ। ਤੇ ਹੁਣ ਗੱਲ ਕਰਦੇ ਹਾਂ ਬਸੰਤ ਸੈਲੀਬ੍ਰੇਸ਼ਨਸ ਦੀ। ਬੀਤੇ ਦਿਨੀ ਵੈਸ ਕਲਚਰਲ ਐਸੋਸੀਏਸ਼ਨ ਵੱਲੋਂ ਬ੍ਰੈਂਪਟਨ ਵਿਖੇ ਖਾਸ ਤੌਰ ਤੇ ਬਸੰਤ ਸੈਲੀਬ੍ਰੇਸ਼ਨਸ ਆਰਗੇਨਾਈਜ਼ ਕੀਤੀਆਂ ਗਈਆਂ ਜਿਸ ਵਿੱਚ ਗੇਮਸ, ਐਕਟੀਵਿਟੀਜ਼, ਡਾਂਸ ਅਤੇ ਹੋਰ ਕਾਫੀ ਕੁਝ ਵੇਖਣ ਨੂੰ ਮਿਲਿਆ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਬਸੰਤ ਦੀਆਂ ਕੁਝ ਖਾਸ ਰੌਣਕਾਂ। आई बसंत पाला उड़ंत। बसंत का त्यौहार भारत विच पूरे उत्साह नाल मनाया जाता है ते खास तौर ते इस मौके पतंगबाजी भी की जाती है। हुण कैनेडा विच भी इस त्यौहार नूं मनाउण दी शुरुआत हो चुकी है। वैस कल्चरल एसोसीएशन वालों बीते दिनी बसंत सैलीब्रेशनस आयोजित कीतियां गईयां जिथे वक-वक कम्युनिटी ने इकट्ठे होकर इस त्यौहार का आनंद माणिया। असी कल्चरल एसोसीएशन वालों सब का धन्यवाद करना चाहते जो साडे इवेंट ते आए और असी ये बसंत का इवेंट इस करके कराना चाहते थे क्योंकि इंडिया इत्थे कैनेडा विच कोई भी बसंत नहीं मनाता सीगा ते साडा बसंत इन्ना प्यारा जिहा त्यौहार इग्नोर्ड रह जाता सीगा। सो वी वांटेड टू सैलीब्रेट एंड ब्रिंग फॉरवर्ड। आई बसंत पाला उडंत सो असी क्या कि इस थीम नूं लैके चलते हैं। कनेडा दे विच कोई भी इस चीज़ नूं लैंदा। कनेडा दे विच इस टाइम दे विच आके थोड़ी स्नो भी घट जाती है, थोड़ी गर्मी शुरू हो जाती है, दिन वड्डे होने शुरू हो जाते इत्थे भी। सो इस करके असी बसंत दा लैके चले हैं। ये एक्चुअली टोटली इज़ अ चैरिटी इवेंट ते वी आर वेरी वेरी हैप्पी। इस बहुत वधिया चल रहा है। वी आर इंजॉइंग इट। लोग इंजॉय कर रहे हैं। सब तो वड्डी गल ते है मैं सारिਆਂ ਦਾ ਬਹੁਤ ਥੈਂਕਸ ਕਰਨਾ, ਦਿਲੋਂ ਧੰਨਵਾਦ ਕਰਨਾ ਹੈ ਜਿੰਨੇ ਲੋਕ ਇੱਥੇ ਆਏ ਆ ਸਾਡੀ ਇੱਕ ਛੋਟੇ ਜੀ ਆਪਣੇ ਇਵੈਂਟ ਨੂੰ ਇੰਨੀ ਸਪੋਰਟ ਦਿੱਤੀ ਹੈ। ਮੈਂ ਤਹਿ ਦਿਲ ਤੋਂ ਸਾਰਿਆਂ ਨੂੰ ਧੰਨਵਾਦ ਕਰਨਾ। ਥੈਂਕ ਯੂ ਸੋ ਮਚ। बसंत सैलीब्रेशन मौके भारत के ਵੱਖ-ਵੱਖ सूबिया का लोक नाच भी पेश किया गया जिथे पंजाब के भंगड़े का लोगों ने रज के आनंद माणिया। इस मौके औरतों वालों रल के जागो भी कढ़ी गई। तो बड़ा अच्छा लग्या तुसीं सानू साडे पाकिस्तान की जिहड़ी कमी सी लाहौर जिहड़ी कमी सी बसंत की स्पैशली क्योंकि बसंत असीं बड़ा इंजॉय करते हैं। उत्थे भंगड़े पैंदे ने लाइक अच्छे अच्छे खाने पकवान और पतंगबाजी लाइक अमेजिंग। तो असी बड़ा अच्छा फील कर रहे हैं कि कैनेडा दे विच फर्स्ट टाइम तुसी बसंत मेला अरेंज किया और इन्नी लाइक विंटर दे विच इनडोर बसंत मेला वी ऑल टुगेदर वी एंजॉयिंग सो मच हियर। यहाँ आके हमें बहुत अच्छा लग रहा है। सभी लोग एंजॉय कर रहे हैं और सबसे मज़े की बात यह है कि फर्स्ट टाइम इन कैनेडा's हिस्ट्री वी आर एंजॉयिंग बसंत मेला हियर। सो हम बहुत एंजॉय कर रहे हैं। थैंक यू सो मच। इस मौके बच्चों लिए भी काफ़ी एक्टिविटीज़ रखियां गईयां सन। नौजवान पीढ़ी नूं अजिहे त्योहारां बारे दस्सण ते अपनियां जड़ां नाल जोड़न लई अजिहे इवेंट्स कारगर साबित होंदे ने। सो इस दे नाल ही समा हो गया तुहाडे तो इजाजत लैण दा पर इस वादे दे नाल कि नेक्स्ट वीक भी NRI वर्ड दी पेशकश इसे तरह जारी रहेगी। सो मिलांगे नेक्स्ट वीक। टिल देन गुड बाय एंड टेक केयर।